ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਕਰਨਪ੍ਰੀਤ ਸਿੰਘ ਗਰੇਵਾਲ ਹੈ ਤੇ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਆਈਟੀ ਸਬਜੈਕਟ ਦਾ ਵੋਕੇਸ਼ਨਲ ਟ੍ਰੇਨਰ ਹਾਂ ਤੇ ਮੇਰਾ ਅੱਜ ਦਾ ਵਿਸ਼ਾ ਹੈ ਟਾਈਪਿੰਗ ਤੇ ਡਿਲੀਟਿੰਗ ਟੈਕਸਟ। ਸੋ ਅਸੀਂ ਸ਼ੁਰੂਆਤ ਕਰਦੇ ਹਾਂ ਟਾਈਪਿੰਗ ਦੇ ਨਾਲ। ਸੋ ਤੁਸੀਂ ਸਾਰੇ ਟਾਈਪਿੰਗ ਤੋਂ ਕੀ ਸਮਝਦੇ ਹੋ? ਟਾਈਪਿੰਗ ਦਾ ਮਤਲਬ ਹੁੰਦਾ ਹੈ ਲਿਖਣਾ। ਜਾਂ ਤੁਸੀਂ ਜੋ ਵੀ ਟੈਕਸਟ ਨੂੰ ਇਨਪੁਟ ਕਰਦੇ ਹੋ, ਚਾਹੇ ਉਹ ਕੀਬੋਰਡ ਆ ਜਾਂ ਉਹ ਟਾਈਪਰਾਈਟਰ ਆ ਜਾਂ ਉਹ ਸੈੱਲਫੋਨ ਆ ਜਾਂ ਉਹ ਕੈਲਕੂਲੇਟਰ ਵੀ ਹੋ ਸਕਦਾ। ਤਾਂ ਬੇਸਿਕਲੀ ਤੁਸੀਂ ਇਸ ਦੇ ਲਈ ਕੀਜ਼ ਪ੍ਰੈਸ ਕਰਦੇ ਹੋ ਆਪਣੇ ਕੀਬੋਰਡ 'ਤੇ ਜਿਹੜੀਆਂ ਕੀਜ਼ ਹੋ ਗਈਆਂ ABCDE, ਤੁਸੀਂ ਇਹਨੂੰ ਟਾਈਪ ਕਰਕੇ ਸਭ ਕੁਝ ਲਿਖਦੇ ਹੋ ਕੀਬੋਰਡ 'ਤੇ। ਤਾਂ ਬੇਸਿਕਲੀ ਇਹਨੂੰ ਤੁਸੀਂ ਡਿਸਟਿੰਗੁਇਸ਼ ਕਰ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਅਲੱਗ ਕਰ ਸਕਦੇ ਹੋ ਤੁਸੀਂ ਅਦਰ ਮੀਨਸ, ਜਿਹੜੇ ਵੀ ਆਪਾਂ ਅਦਰ ਮੀਨਸ ਆਪਾਂ ਟੈਕਸਟ ਲਈ ਯੂਜ਼ ਕਰਦੇ ਹਾਂ ਇਨਪੁਟ ਕਰਨ ਲਈ ਟੈਕਸਟ ਨੂੰ, ਉਹਨਾਂ ਨੂੰ ਤੁਸੀਂ ਇੱਕ ਤਰ੍ਹਾਂ ਦਾ ਡਿਸਟਿੰਗੁਇਸ਼ ਕਰ ਸਕਦੇ ਹੋ ਉਸਦੇ, ਜਿੱਦਾਂ ਕਿ ਹੈਂਡ ਰਾਈਟਿੰਗ ਦੇ ਨਾਲ। ਤੇ ਜਿਹੜੀ ਵੀ ਤੁਸੀਂ ਚੀਜ਼ਾਂ ਬੋਲ ਕੇ ਉਹਨਾਂ ਨੂੰ ਸਮਝਾਉਂਦੇ ਹੋ, ਸਪੀਚ ਰੈਕੋਗਨੀਸ਼ਨ, ਇਹ ਜਿਹੜਾ ਸਪੀਚ ਰੈਕੋਗਨੀਸ਼ਨ ਵਾਲਾ ਫੀਚਰ ਹੈ ਇਹ ਤੁਸੀਂ ਅੱਜ ਕੱਲ੍ਹ ਆਈਫੋਨਸ ਦੇ ਵਿੱਚ ਦੇਖਦੇ ਹੋ। ਆਪਾਂ ਸੀਰੀ ਯੂਜ਼ ਕਰਦੇ ਹਾਂ, ਆਪਾਂ ਅਲੈਕਸਾ ਯੂਜ਼ ਕਰਦੇ ਹਾਂ। ਤਾਂ ਜਦੋਂ ਵੀ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਕਿ ਹੈ ਨਾ, ਆਪਾਂ ਬੇਸਿਕਲੀ ਇਸ ਨੰਬਰ ਨੂੰ ਤੁਸੀਂ ਕਾਲ ਕਰੋ, ਤਾਂ ਉਹ ਸਾਨੂੰ ਕਾਲ ਮਿਲਾ ਕੇ ਦਿੰਦੇ ਨੇ ਉਸ ਨੰਬਰ 'ਤੇ। ਤਾਂ ਬੇਸਿਕਲੀ ਉਹ ਸਾਡੀ ਵੋਇਸ ਨੂੰ ਪਹਿਚਾਣਦੇ ਨੇ, ਆਪਾਂ ਆਪਣੀ ਵੋਇਸ ਰੈਕੋਗਨਾਈਜ਼ ਕਰਦੇ ਨੇ ਉਹ। ਤਾਂ ਇਸ ਦੇ ਲਈ ਆਪਾਂ ਜਿਹੜਾ ਕੀ ਟੈਕਸਟ ਇਨਪੁਟ ਕਰਦੇ ਆ, ਤਾਂ ਉਹਨੂੰ ਬੇਸਿਕਲੀ ਆਪਾਂ ਡਿਸਟਿੰਗੁਇਸ਼ ਕਰ ਸਕਦੇ ਹਾਂ, ਇਸ ਚੀਜ਼ ਤੋਂ ਅਲੱਗ ਕਰ ਸਕਦੇ ਹਾਂ, ਡਿਫਰੈਂਟ ਕਰ ਸਕਦੇ ਹਾਂ। ਤਾਂ ਟੈਕਸਟ ਨੂੰ ਬੇਸਿਕਲੀ ਤੁਸੀਂ ਨੰਬਰਸ ਦੀ ਫਾਰਮਸ ਦੇ ਵਿੱਚ ਲਿਖ ਸਕਦੇ ਹੋ, ਜਾਂ ਉਹ ਲੈਟਰਸ ਵੀ ਹੋ ਸਕਦਾ, ਜਾਂ ਉਹਨੂੰ ਤੁਸੀਂ ਅਦਰ ਸਿੰਬਲਸ ਵੀ ਹੋ ਸਕਦੇ ਹੋ। ਕੋਈ ਵੀ ਸਿੰਬਲਸ ਹੋ ਸਕਦੇ ਨੇ, ਕੋਈ ਅਲਫਾਬੈਟਸ ਯੂਜ਼ ਕਰ ਸਕਦੇ ਹੋ ਤੁਸੀਂ, ਸਿੰਬਲਸ ਯੂਜ਼ ਕਰ ਲਓ, ਕੁਝ ਵੀ ਕਰ ਸਕਦੇ ਹੋ। ਤਾਂ ਜਿਹੜਾ ਆਪਣਾ ਵਰਲਡ ਦਾ ਫਸਟ ਟਾਈਪਿਸਟ ਸੀਗਾ, ਉਸਦਾ ਨਾਮ ਸੀਗਾ ਲੀਲੀਅਨ ਸ਼ਾਲਸ। ਤਾਂ ਉਹ ਬੇਸਿਕਲੀ ਵਿਨਕੌਨਸਿਨ ਤੋਂ ਬਿਲੋਂਗ ਕਰਦੀ ਸੀਗੀ, ਜਿਹਨੇ ਆ ਕਨਸੈਪਟ ਇੰਟਰੋਡਿਊਸ ਕੀਤਾ ਸੀਗਾ। ਤਾਂ ਇਹਦਾ ਮਤਲਬ ਹੈ ਟਾਈਪਿੰਗ ਦਾ ਮਤਲਬ ਬੇਸਿਕਲੀ ਤੁਸੀਂ ਬਸ ਇੰਨਾ ਹੀ ਆਪਣੇ ਦਿਮਾਗ 'ਚ ਬਿਠਾਉਣਾ ਹੈ ਕਿ ਇਸ ਦਾ ਮਤਲਬ ਹੈ ਲਿਖਣਾ। ਤੁਸੀਂ ਆਪਣੇ ਟੈਕਸਟ ਨੂੰ ਇਨਪੁਟ ਕਰਨਾ ਕੀਬੋਰਡ 'ਤੇ ਜਾਂ ਉਹ ਸੈੱਲਫੋਨ 'ਤੇ, ਕਿਤੇ ਵੀ ਤੁਸੀਂ ਕੋਈ ਵੀ ਮੀਨ 'ਤੇ ਉਹਨੂੰ ਇਨਪੁਟ ਕਰ ਸਕਦੇ ਹੋ। ਤਾਂ ਹੁਣ ਮੈਂ ਤੁਹਾਨੂੰ ਅਗਲੀ ਸਲਾਈਡ ਦੇ ਵਿੱਚ ਦੱਸਣ ਜਾ ਰਿਹਾ ਕਿ ਸਾਡੀਆਂ ਟਿਪਸ ਕੀ ਨੇ, ਕਿ ਜਦੋਂ ਆਪਾਂ ਇੱਕ ਐਕਸਪਲੇਨੇਸ਼ਨ ਟੈਕਸਟ ਨੂੰ ਐਕਸਪਲੇਨ ਕਰਦੇ ਹਾਂ, ਉਹਨੂੰ ਲਿਖਣ ਲਈ ਆਪਣੀਆਂ ਟਿਪਸ, ਜਿਹੜੀਆਂ ਇੰਪੋਰਟੈਂਟ ਟਿਪਸ ਨੇ, ਉਹ ਕੀ ਹੋ ਸਕਦੀਆਂ ਨੇ। ਤਾਂ ਸਭ ਤੋਂ ਜਿਹੜੀ ਆਪਣੀ ਪਹਿਲੀ ਟਿਪ ਆ ਕਿ ਜਿਹੜਾ ਤੁਸੀਂ ਇੱਕ ਡਾਕੂਮੈਂਟ ਖੋਲ੍ਹਿਆ ਹੋਇਆ, ਤੁਸੀਂ ਉਸ ਦੇ ਵਿੱਚ ਕੁਝ ਵੀ ਐਡ ਕਰਨਾ, ਤੁਸੀਂ ਬੁਲੇਟਸ ਐਡ ਕਰਨੇ ਨੇ, ਤੁਸੀਂ ਨੰਬਰਸ ਦੀ ਫਾਰਮ ਦੇ ਵਿੱਚ ਐਡ ਕਰਨਾ, ਕੋਈ ਵੀ ਕਿੱਦਾਂ ਵੀ ਤੁਸੀਂ ਉਹਨੂੰ ਟੈਕਸਟ ਨੂੰ ਇਨਪੁਟ ਕਰ ਸਕਦੇ ਹੋ। ਤਾਂ ਬੇਸਿਕਲੀ ਜਿਹੜਾ ਸਭ ਤੋਂ ਪਹਿਲਾ ਪੁਆਇੰਟ ਹੈ ਕਿ ਜਿਹੜੇ ਤੁਸੀਂ ਪੈਰਾਗ੍ਰਾਫਸ ਲਿਖਣੇ ਉਹਨਾਂ ਦੀ ਤੁਸੀਂ ਵਰਤੋਂ ਸਹੀ ਕਰਨੀ ਹੈ, ਕਿ ਉਹ ਇਫੈਕਟਿਵਲੀ ਯੂਜ਼ ਹੋਣੇ ਚਾਹੀਦੇ ਨੇ। ਤੇ ਸੈਕੰਡ ਪੁਆਇੰਟ ਕੀ ਆ ਕਿ ਤੁਸੀਂ ਆਪਣੀ ਉਸ ਦੇ ਵਿੱਚ ਟੈਕਨੀਕਲ ਟਰਮਸ ਜਿਹੜੀਆਂ ਯੂਜ਼ ਕਰ ਰਹੇ ਹੋ ਜਾਂ ਸਾਇੰਟੀਫਿਕ ਟਰਮਸ ਯੂਜ਼ ਕਰ ਰਹੇ ਹੋ ਨੇ, ਉਹਨਾਂ ਸਾਰਿਆਂ ਦੀ ਤੁਸੀਂ ਕਰੈਕਟ ਵਰਤੋਂ ਹੋਣੀ ਚਾਹੀਦੀ ਆ, ਕਿ ਸਹੀ ਵਰਤੋਂ ਹੋਣੀ ਚਾਹੀਦੀ ਆ, ਕਿ ਜਿਹਦੀ ਜਿੱਥੇ ਲੋੜ ਹੈ ਉੱਥੇ ਉਹ ਚੀਜ਼ ਯੂਜ਼ ਹੋਣੀ ਚਾਹੀਦੀ ਆ। ਤੇ ਥਰਡ ਪੁਆਇੰਟ ਇਸ ਦੇ ਵਿੱਚ ਹੈਗਾ ਕਿ ਤੁਸੀਂ ਜਿਹੜੇ ਡਾਇਗਰਾਮਸ ਤੁਸੀਂ ਬਣਾਉਂਦੇ ਹੋ, ਜੇ ਤੁਸੀਂ ਉਹਨਾਂ ਨੂੰ ਲੇਬਲ ਕੀਤਾ ਹੋਊਗਾ ਤਾਂ ਉਸਦਾ ਇੰਪੈਕਟ ਵਧੀਆ, ਜਿਹੜਾ ਆਪਣਾ ਪੜ੍ਹ ਰਿਹਾ ਕੋਈ ਆਪਣਾ ਰੀਡਰ ਆ, ਉਸਦੇ ਮਾਈਂਡ 'ਤੇ ਉਸ ਚੀਜ਼ ਦਾ ਵਧੀਆ ਇੰਪੈਕਟ ਪਊਗਾ ਕਿ ਤੁਸੀਂ ਉਹਨੂੰ ਪੜ੍ਹ ਰਹੇ ਹੋ, ਉਹਨੂੰ ਡਾਇਗਰਾਮਸ ਦੀ ਫਾਰਮ ਦੇ ਵਿੱਚ ਐਕਸਪਲੇਨ ਕਰ ਰਹੇ ਹੋ ਉਸ ਚੀਜ਼ ਨੂੰ। ਤੇ ਆਪਣਾ ਫੋਰਥ ਪੁਆਇੰਟ ਹੈਗਾ ਕਿ ਜਿਹੜਾ ਵੀ ਤੁਸੀਂ ਡਾਕੂਮੈਂਟ ਉਹਨੂੰ ਕ੍ਰੀਏਟ ਕੀਤਾ, ਇੱਕ ਤਾਂ ਤੁਸੀਂ ਉਹਨੂੰ ਐਪਰੋਪ੍ਰੀਏਟ ਟਾਈਟਲ ਦੇਣਾ। ਕਈ ਵਾਰ ਹੁੰਦਾ ਕਿ ਅਸੀਂ ਕੋਈ ਡਾਕੂਮੈਂਟ, ਕੋਈ ਆਪਣਾ ਟੈਕਸਟ ਆਪਾਂ ਇਨਪੁਟ ਕੀਤਾ, ਕਿ ਆਪਾਂ ਲਿਖਦੇ ਕੁਝ ਹੋਰ ਆ ਤੇ ਆਪਣਾ ਟਾਈਟਲ ਕੁਝ ਹੋਰ ਹੁੰਦਾ, ਤਾਂ ਆਪਣਾ ਮਿਸਮੈਚ ਨਹੀਂ ਹੋਣਾ ਚਾਹੀਦਾ, ਕਿ ਆਪਣਾ ਟਾਈਟਲ ਬਿਲਕੁਲ ਐਪਰੋਪ੍ਰੀਏਟ ਹੋਣਾ ਚਾਹੀਦਾ, ਮਿਲਦਾ ਹੋਣਾ ਚਾਹੀਦਾ ਆਪਣੀ ਵਰਡਿੰਗਸ ਦੇ ਨਾਲ, ਆਪਣੇ ਟੌਪਿਕ ਦੇ ਨਾਲ, ਉਹਨੂੰ ਰਿਲੇਟ ਹੋਣਾ ਚਾਹੀਦਾ ਉਹ ਚੀਜ਼। ਤੇ ਆਪਣਾ ਜਿਹੜਾ ਲਾਸਟ ਪੁਆਇੰਟ ਹੈ, ਉਸ ਦੇ ਵਿੱਚ ਆਪਣੇ ਟੈਕਸਟ ਨੂੰ, ਉਹ ਜਿਹੜਾ ਆਪਣਾ ਉਸ 'ਚ ਹਮੇਸ਼ਾ ਪ੍ਰੈਜ਼ੈਂਟ ਟੈਂਸ ਯੂਜ਼ ਹੋਣੀ ਚਾਹੀਦੀ ਹੈ, ਉਹਨੂੰ ਆਪਾਂ ਪਾਸਟ ਦੇ ਵਿੱਚ ਕਦੇ ਵੀ ਨਹੀਂ ਲੈ ਕੇ ਜਾਣਾ, ਉਸ 'ਚ ਆਪਣਾ ਸਿਰਫ ਪ੍ਰੈਜ਼ੈਂਟ ਦੀ ਵਰਤੋਂ ਕਰਨੀ ਆ। ਤੇ ਹੁਣ ਬੇਸਿਕਲੀ ਆਪਾਂ ਅਗਲੀ ਸਲਾਈਡ ਤੇ ਆ ਰਹੇ ਹਾਂ ਜੀ, ਜਿਸ ਦਾ ਮਤਲਬ ਹੈ ਡਿਲੀਟ। ਕਿ ਜਦੋਂ ਆਪਾਂ ਇੱਕ ਡਾਕੂਮੈਂਟ ਦੇ ਵਿੱਚ ਆਪਾਂ ਕੁਝ ਵੀ ਲਿਖਦੇ ਹਾਂ, ਕਿ ਆਪਾਂ ਨੇ ਇੱਕ ਲੈਟ ਸਪੋਜ਼ ਕੋਈ ਸਬਜੈਕਟ ਦੇ ਬਾਰੇ ਆਪਾਂ ਕੁਝ ਇਨਪੁਟ ਕਰਨਾ ਟੈਕਸਟ ਨੂੰ, ਤੇ ਉਸ ਦੇ ਵਿੱਚ ਆਪਾਂ ਉਸ ਸਬਜੈਕਟ ਬਾਰੇ ਦੱਸ ਰਹੇ ਹਾਂ, ਉਸ ਸਬਜੈਕਟ ਦੇ ਵਿੱਚ ਕੋਈ ਪਲੇਸਿਸ ਦੇ ਨਾਮ ਆਉਂਦੇ ਨੇ, ਦਿੱਲੀ ਲੈ ਲਓ, ਚੰਡੀਗੜ੍ਹ ਲੈ ਲਓ। ਤੇ ਉਸ ਦੇ ਵਿੱਚ ਲੈਟ ਸਪੋਜ਼ ਕਿ ਤੁਸੀਂ ਉਸਦੇ ਜਿਹੜੇ ਸਪੈਲਿੰਗਸ ਆ ਉਹਨਾਂ ਨੂੰ ਤੁਸੀਂ ਮਤਲਬ ਇਨਕਰੈਕਟ ਵੇ ਦੇ ਵਿੱਚ ਲਿਖਦੇ ਆ। ਚੰਡੀਗੜ੍ਹ ਦੇ ਸਪੈਲਿੰਗ ਤੁਸੀਂ CHDNGIHA ਇੱਦਾਂ ਉਹਨੂੰ ਰੀਅਰੇਂਜ ਕਰਕੇ ਲਿਖ ਦੇਣਾ, ਉਹਨੂੰ ਤੁਸੀਂ ਡਿਲੀਟ ਜਾਂ ਬੈਕ ਸਪੇਸ ਕੀ ਪ੍ਰੈਸ ਕਰਕੇ ਉਹਨੂੰ ਤੁਸੀਂ ਚੇਂਜ ਕਰ ਸਕਦੇ ਹੋ। ਤੇ ਬੇਸਿਕਲੀ ਡਿਲੀਟ ਇੱਕ ਕੰਪਿਊਟਰ ਟਰਮੀਨੋਲੋਜੀ ਆ, ਕਿ ਇਹਨੂੰ ਜਾਂ ਤੁਸੀਂ ਪੂਰੀ ਕੰਪਲੀਟਲੀ ਇਰੇਜ਼ ਕਰ ਸਕਦੇ ਹੋ, ਤੁਸੀਂ ਰਿਮੂਵ ਕਰ ਸਕਦੇ ਹੋ, ਹੈ ਨਾ। ਜਿਹੜਾ ਵੀ ਤੁਸੀਂ ਟੈਕਸਟ ਲਿਖਿਆ ਹੋਇਆ ਡਾਕੂਮੈਂਟ ਤੋਂ, ਤੁਸੀਂ ਉਹਨੂੰ ਪੂਰੇ ਨੂੰ ਜਾਂ ਤਾਂ ਤੁਸੀਂ ਇੱਕੋ ਵਾਰ 'ਚ ਸਿਲੈਕਟ ਕਰਕੇ ਡਿਲੀਟ ਕਰ ਦਿਓ, ਜਾਂ ਤੁਸੀਂ ਇਕੱਲੇ ਵਰਡ ਨੂੰ ਤੁਸੀਂ ਬੈਕ ਸਪੇਸ ਕੀ ਐਂਟਰ ਕਰਕੇ ਪ੍ਰੈਸ ਕਰਕੇ ਉਹਨੂੰ ਡਿਲੀਟ ਕਰ ਸਕਦੇ ਹੋ ਪੂਰੀ ਲਾਈਨ ਨੂੰ। ਤਾਂ ਇਹਨੂੰ ਕਹਿੰਦੇ ਆ ਡਿਲੀਟਿੰਗ।
ਤੇ ਅਗਲੀ ਸਲਾਈਡ 'ਚ ਆਪਾਂ ਆ ਰਹੇ ਨੇ ਕਿ ਆਪਾਂ ਟਾਈਪਿੰਗ ਇਫੈਕਟ ਨੂੰ ਇੰਪਲੀਮੈਂਟ ਕਿੱਦਾਂ ਕਰਨਾ। ਤਾਂ ਇੰਪਲੀਮੈਂਟ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਆਪਣਾ ਫਸਟ ਕਰੈਕਟਰ, ਜਿਹੜਾ ਤੁਸੀਂ ਆਪਣਾ ਟੌਪਿਕ ਦਾ ਫਸਟ ਕਰੈਕਟਰ ਨੂੰ ਤੁਸੀਂ ਚੂਜ਼ ਕਰ ਲਿਆ, ਉਹਨੂੰ ਸ਼ੋਅ ਕਰਤੇ ਆ, ਤੁਸੀਂ ਡਿਸਪਲੇ ਕਰਤੇ ਆ। ਤੇ ਉਸਦੇ ਤੁਸੀਂ ਜਿਹੜਾ ਫਸਟ ਵਰਡ ਹੈ ਉਸਦੇ ਵਿੱਚ ਤੁਸੀਂ ਦੋ ਕਰੈਕਟਰਸ ਪਿਕ ਕਰਤੇ। ਤੇ ਜਿਹੜੇ ਵੀ ਆਪਣੇ ਕੁਝ ਸੈਕਿੰਡਸ ਬਾਅਦ ਤੁਸੀਂ ਉਹ ਜਿਹੜੇ ਫਸਟ ਟੂ ਕਰੈਕਟਰਸ 3 ਕਰੈਕਟਰਸ ਨੂੰ ਤੁਸੀਂ ਸ਼ੋਅ ਕਰ ਸਕਦੇ ਹੋ। ਜਦ ਤੱਕ ਕਿ ਆਪਣਾ ਅਗਲਾ ਸੈਂਟੈਂਸ ਪੂਰਾ ਨਾ ਆਵੇ ਤੁਸੀਂ ਉਦੋਂ ਤੱਕ ਉਹਨੂੰ ਹਨਾ ਦਿਖਾ ਸਕਦੇ ਹੋ। ਇਹਦਾ ਮਤਲਬ ਸੀਗਾ ਕਿ ਤੁਸੀਂ ਟਾਈਪਿੰਗ ਇਫੈਕਟ ਨੂੰ ਇੰਪਲੀਮੈਂਟ ਕਰ ਸਕਦੇ ਹੋ। ਠੀਕ ਹੈ ਜੀ, ਇੱਦਾਂ ਹੀ ਤੁਸੀਂ ਇੰਪਲੀਮੈਂਟਿੰਗ ਟਾਈਪਿੰਗ ਇਫੈਕਟ ਸੀਗਾ, ਇੰਪਲੀਮੈਂਟਿੰਗ ਇੱਕ ਡਿਲੀਟਿੰਗ ਇਫੈਕਟ ਹੋ ਗਿਆ। ਡਿਲੀਟਿੰਗ ਇਫੈਕਟ ਦੇ ਵਿੱਚ ਵੀ ਤੁਸੀਂ ਇੱਦਾਂ ਹੀ ਸੇਮ ਹੀ ਹੈ ਕਿ ਤੁਸੀਂ ਜਿਹੜੇ ਫਸਟ 3 ਕਰੈਕਟਰਸ ਨੂੰ ਹਨਾ ਲੈ ਕੇ ਤੁਸੀਂ ਹਨਾ ਉਸਦੇ ਵਿੱਚ ਫਿਊ ਸੈਕਿੰਡਸ ਦਾ ਕੁਝ ਗੈਪ ਦੇ ਕੇ ਉਹੀ ਫਸਟ ਕਰੈਕਟਰ ਨੂੰ ਸਿਲੈਕਟ ਕਰਕੇ ਉਸਦਾ ਹਨਾ, ਜਾਂ ਜੇ ਉਸ 'ਚ ਕੁਝ ਐਰਰ ਲੱਗਦਾ ਤਾਂ ਉਹਨੂੰ ਬੈਕ ਸਪੇਸ ਕੀ ਨਾਲ ਡਿਲੀਟ ਕਰਕੇ, ਤਾਂ ਉਹ ਇੱਕ ਤਰ੍ਹਾਂ ਤੁਸੀਂ ਇੰਪਲੀਮੈਂਟੇਸ਼ਨ ਕਰਦੇ ਡਿਲੀਟਿੰਗ ਦੀ। ਤਾਂ ਇਹ ਹੋ ਗਿਆ ਜੀ ਆਪਣਾ ਡਿਲੀਟਿੰਗ ਇਫੈਕਟ ਦੀ ਇੰਪਲੀਮੈਂਟੇਸ਼ਨ। ਤੇ ਆਪਣੀ ਇਹ ਸਲਾਈਡ ਸੀਗੀ ਆਪਣੀ ਅੱਜ ਦੀ, ਜੋ ਸੀਗੀ ਟਾਈਪਿੰਗ ਐਂਡ ਡਿਲੀਟਿੰਗ ਟੈਕਸਟ। ਥੈਂਕ ਯੂ ਜੀ।